ਅੱਛਾ ਚਾਚੂ ਜੀ, ਇਹ ਦੱਸਿਓ ਕਿ ਜਿਹੜੀ ਚਰੀ ਹੈ ਜਿਹਦੇ ਵਿੱਚ ਅਸੀਂ ਖਲੋਤੇ ਹਾਂ ਜਵਾਰ ਜੀ, ਇਹਦਾ ਜਾਨਵਰਾਂ ਦੀ ਗ਼ਜ਼ਾਈ ਜ਼ਰੂਰੀਅਤ ਵਾਸਤੇ ਕੀ ਇਹਦਾ ਅਸਰ ਹੈ, ਯਾਨੀ ਕੀ ਇਹਦਾ ਫਾਇਦਾ ਹੈ? ਇਹਦਾ ਜੀ ਫਾਇਦਾ ਹੀ ਫਾਇਦਾ, ਅੱਲਾ ਖੈਰ ਕਰੇ ਤੇ ਪੇਟ ਵੀ ਭਰਦੀ ਏ, ਦੁੱਧ ਵੀ ਬਣਦਾ ਇਹਦੇ ਨਾਲ, ਹਰੀ ਏ। ਅੱਛਾ, ਹਰੀ ਸ਼ੈ ਵਿੱਚ ਤਾਕਤ, ਹਰ ਹਰੀ ਸ਼ੈ ਜਿਹੜੀ ਇਹਦੇ ਵਿੱਚ ਤਾਕਤ ਹੈ। ਬਿਲਕੁਲ ਤਾਕਤ। ਤੇ ਕੁਝ ਲੋਕ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਹਰਾ ਪਾਉਣ ਨਾਲ ਵੀ ਦੁੱਧ ਖਰਾਬ ਹੋ ਜਾਂਦਾ। ਨਹੀਂ ਖਰਾਬ ਨਹੀਂ ਹੁੰਦਾ, ਹਰਾ ਖਰਾਬ ਕੋਈ ਨਹੀਂ ਕਰਦਾ। ਇਹ ਵੀ ਹੁੰਦਾ ਹੈ ਕਿ ਦੁੱਧ ਥੋੜਾ ਜਿਹਾ ਪਤਲਾ ਹੋ ਜਾਂਦਾ, ਦੂਸਰਾ ਸੁੱਕਾ ਵੰਡ ਜਿਹੜਾ ਨਾ ਡੰਗਰ ਨੂੰ ਭੈੜਿਆ ਨਹੀਂ ਪੈਣ ਦਿੰਦਾ। ਹਾਂ, ਡੰਗਰ ਨਹੀਂ ਭੈੜਾ ਪੈਂਦਾ, ਦੁੱਧ ਪਤਲਾ ਨਹੀਂ ਹੁੰਦਾ। ਤੇ ਅਗਰ ਅੱਜ ਕੱਲ ਦੇ ਦਿਨਾਂ ਵਿੱਚ ਤੇ ਅਗਰ ਸੁੱਕਾ ਪਾਈਏ ਤਾਂ ਨੁਕਸਾਨ ਦੇਵੇ ਜਾਨਵਰਾਂ ਵਾਸਤੇ? ਨਹੀਂ ਸੁੱਕਾ ਵੀ ਨੁਕਸਾਨਦੇਹ ਨਹੀਂ ਹੈ। ਉਂਝ ਸੁੱਕੀ ਤੂੜੀ ਪਾਓ ਨਾਲ ਵੰਡ ਪਾਈਏ ਨਾ, ਹਾਂ, ਫਿਰ ਉਹਦੀ ਤਾਕਤ ਪੂਰੀ ਹੁੰਦੀ ਹੈ। ਸਹੀ ਹੈ। ਤੇ ਜੇ ਉਹਨੂੰ ਸੁੱਕੀ ਥੋੜੀ ਸਹੀ ਤੇ ਫਿਰ ਉਹਨੇ ਸੁੱਕਣਾ ਹੀ ਹੈ। ਠੀਕ ਹੋ ਗਿਆ। ਹਾਂ, ਤੇ ਇਹ ਸੁੱਕੀ ਵੀ ਪਿਆ ਪਾ ਦੇ ਤਾਕਤ ਹੈ। ਸਹੀ ਹੈ। ਹਾਂ, ਯਾਨੀ ਇਹ ਜਿਹੜਾ ਜਵਾਰ ਹੈ ਇਹ ਜਾਨਵਰ ਦੀ ਗ਼ਜ਼ਾਈ ਜ਼ਰੂਰੀਅਤ ਨੂੰ ਵੀ ਪੂਰਾ ਕਰਦਾ ਹੈ, ਉਹਨੂੰ ਸਿਹਤਮੰਦ ਵੀ ਕਰਦਾ ਹੈ, ਬਿਲਕੁਲ, ਤੇ ਦੁੱਧ ਜਿਹੜਾ ਉਹਨੂੰ ਵੀ ਬਿਹਤਰ ਉਹਨੂੰ ਕਰਦਾ ਵੀ ਹੈ। ਬਿਹਤਰ ਕਰਦਾ। ਇਹਦੇ ਵਿੱਚ ਕੁਝ ਪੁਆਇੰਟ ਨੇ ਜਿਹਦੇ ਨਾਲ ਜਾਨਵਰਾਂ ਨੂੰ ਨੁਕਸਾਨ ਹੋ ਸਕਦਾ ਹੈ, ਉਹ ਕੀ ਨੇ? ਪੁਆਇੰਟ ਇਹਦੇ ਜੇ ਹੈ ਕਿ ਕੂਲੀ ਦੇ ਜਿਹੜੇ ਨਾ ਇਹ ਗਰਾਹ ਲਾਇਆ ਜੇ ਜਾਨਵਰ ਨੂੰ ਨੁਕਸਾਨ ਹੈ। ਕੂਲੀ ਦੇ ਯਾਨੀ ਇਹ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ ਇਹ ਤੇ ਵੱਡੀ ਹੈ ਫੁੱਲ, ਇਹ ਵੱਡੀ ਹੈ ਫੁੱਲ, ਲੇਕਿਨ ਇਹ ਜਿਹੜੀ ਹੈ ਇਹ ਛੋਟੀ ਹੈ। ਇਹ ਛੋਟੀ ਹੈ, ਇਹਨੂੰ ਨਾਲੇ ਪਾਣੀ ਲੱਗਾ ਹੈ, ਪਾਣੀ ਇਹਨੂੰ ਜ਼ਰੂਰੀ ਹੈ। ਯਾਨੀ ਅਗਰ ਜਵਾਰ ਨੂੰ ਪਾਣੀ ਨਹੀਂ ਲੱਗਾ, ਪਾਣੀ ਨਹੀਂ ਲੱਗਾ, ਫਿਰ ਇਹ ਮੌਤ ਹੈ। ਫਿਰ ਇਹ ਮੌਤ ਹੈ। ਠੀਕ ਹੈ। ਜਿਸ ਤਰ੍ਹਾਂ ਹੁਣ ਇਹ ਖੇਤ ਹੈ, ਇਹ ਸਾਰੇ ਨੂੰ ਪਾਣੀ ਲੱਗਾ ਹੈ। ਹਾਂਜੀ, ਪਾਣੀ ਲੱਗਿਆ। ਔਰ ਉਹ ਦੂਰ ਇੱਕ ਖੇਤ ਨਜ਼ਰ ਆਉਂਦਾ ਪਿਆ, ਉਹਦੇ 'ਚ ਪਾਣੀ ਨਹੀਂ ਲੱਗਾ। ਹਾਂਜੀ ਹਾਂਜੀ, ਠੀਕ ਹੋ ਗਿਆ। ਉਹ ਜਿਹੜਾ ਪਾਣੀ ਨਹੀਂ ਲੱਗਾ ਉਹ ਅਗਰ ਜਾਨਵਰ ਖਾ ਲੇ ਤੇ ਉਹਦੇ ਵਾਸਤੇ ਜ਼ਹਿਰ ਹੈ। ਉਹ ਜ਼ਹਿਰ ਹੈ। ਠੀਕ ਹੋ ਗਿਆ। ਜ਼ਹਿਰ ਉਹਨੂੰ ਖਾਣ ਹੀ ਨਹੀਂ ਦਿੰਦੇ ਵੀ। ਸਹੀ ਹੋ ਗਿਆ, ਉਹਨੂੰ ਛੱਡ ਦਿੱਤਾ। ਉਹਨੂੰ ਛੱਡ ਦਿੱਤਾ। ਔਰ ਉਹਨੂੰ ਪਾਣੀ ਲੱਗੇਗਾ ਤਾਂ ਫਿਰ ਉਹ ਵੱਡੀ ਹੋਏਗੀ। ਪਾਣੀ ਲੱਗੇਗਾ ਜਾਂ ਬਾਰਿਸ਼ ਹੋਵੇਗੀ ਤੇ ਫਿਰ ਉਹ ਵੱਡੀ ਹੋਏਗੀ। ਫਿਰ ਵੱਡੀ ਹੋਵੇਗੀ, ਫਿਰ ਨਾਲੇ ਜ਼ਹਿਰ ਖਤਮ ਹੁੰਦਾ ਇਹਦਾ। ਸਹੀ ਹੈ। ਵਗਰਨਾ 'ਚ ਜ਼ਹਿਰ ਹੁੰਦਾ ਹੈ। ਤੇ ਇਹ ਜਿਹੜੀ ਜਵਾਰ ਸਾਨੂੰ ਨਜ਼ਰ ਆ ਰਹੀ ਹੈ, ਹਾਂਜੀ, ਇਹ ਪਰਫੈਕਟ ਹੈ ਜਾਨਵਰਾਂ ਵਾਸਤੇ। ਬਿਲਕੁਲ ਫੁੱਲ ਹੈ, ਤਾਕਤ ਬਾਰੇ ਪਾਣੀ ਲੱਗਾ ਹੈ। ਅੱਛਾ, ਨਿੱਕੀ ਵੱਡੀ ਕੋਈ ਜ਼ਹਿਰ ਨਹੀਂ ਦੇ, ਕੁਤਰ ਕੇ ਜਿੱਥੇ ਮਰਜੀ ਪੇ ਪਾਈਏ। ਇੱਕ ਬੜੀ ਅਹਿਮ ਗੱਲ ਦੱਸਿਓ ਕਿ ਜਦੋਂ ਅਸੀਂ ਇਹਨੂੰ ਵੱਢ ਲੈਣਾ ਜੀ, ਉਹਦੇ ਬਾਅਦ ਕਹਿੰਦੇ ਨੇ ਕਿ ਇੱਕ ਖਾਸ ਮਿਕਦਾਰ ਤੱਕ ਇਹਨੂੰ ਨਹੀਂ ਪਾਈਦਾ, ਯਾਨੀ ਕਿ ਬੂਟਾ ਜਿਹੜਾ ਵੇ 1 ਫੁੱਟ 2 ਫੁੱਟ ਦਾ ਹੋਏ ਤੇ ਉਹ ਨਹੀਂ ਪਾਈਦਾ। ਹਾਂਜੀ, ਤੁਹਾਡਾ ਕੀ ਖਿਆਲ ਹੈ? ਨਹੀਂ ਭਾਵੇਂ 2 ਫੁੱਟ ਦਾ ਵੀ ਹੋਵੇ, 3 ਫੁੱਟ ਦਾ ਹੋਵੇ, ਹਾਂ, ਪਾਣੀ ਇਹਨੂੰ ਜ਼ਰੂਰੀ ਹੋਵੇ, ਥੱਲੇ ਜਗ੍ਹਾ ਧਾਰ ਹੋਵੇ, ਅੱਛਾ, ਫਿਰ ਜਿੱਥੇ ਮਰਜੀ ਪਾਓ। ਤੇ ਜਦੋਂ ਫਾਰ ਐਗਜ਼ਾਮਪਲ ਇਹ ਵੱਢਿਆ ਜਾਣਾ, ਹਾਂਜੀ, ਜਿਸ ਤਰ੍ਹਾਂ ਅਸੀਂ ਇਹਨੂੰ ਇਹ ਵੇਖਣਾ ਪਏ ਬੂਟਾ, ਹਾਂਜੀ, ਇਹ ਵੱਢਿਆ ਜਾਣਾ, ਦੁਬਾਰਾ ਇੱਕ ਵਾਰੀ ਵੱਢ ਕੇ ਕਿੱਡਾ ਬੂਟਾ ਹੋਏ ਤੇ ਫਿਰ ਦੁਬਾਰਾ ਫਿਰ ਵੱਢਣਾ। ਫਿਰ ਇਹ ਜ਼ਿਲ੍ਹੇ 2 ਫੁੱਟ ਜਾਂ 3 ਫੁੱਟ ਦੇ 4 ਫੁੱਟ ਦੇ ਜਾਏ ਫਿਰ ਇਹਨੇ ਵੱਢਣ ਵਾਲਾ ਹੁੰਦਾ ਹੈ। ਅੱਛਾ, 2 ਫੁੱਟ ਦੇ ਗੋਥੇ ਦੇ ਪਾਵੇ ਨਾ, ਉਹ ਫਿਰ ਯਾਰ ਉਹਨੂੰ ਫਿਰ ਗੋਥਾ ਕਹਿੰਦੇ ਨੇ। ਗੁੱਥਾ ਕਹਿੰਦੇ ਨੇ, ਗੁੱਥਾ ਯਾਰ। ਠੀਕ ਹੈ। ਹਾਂ, ਤੇ ਇਹ ਜਰਾ ਸੋਟੀ ਦੇ ਨਾਲ ਦੱਸਿਓ ਮਿਕਦਾਰ ਇਹਦੀ। ਜੀ ਹਾਂਜੀ, ਇੱਥੇ ਗੋਥੋ ਹੁੰਦੇ ਜੀ ਠੀਕ ਨੇ, ਫਿਰ ਇਹਦੀ ਤਾਕਤ ਬਾਰਨ। ਯਾਨੀ ਅਗਰ ਐਡਾ ਕ ਬੂਟਾ ਹੋਏ ਤਾਂ ਦੁਬਾਰਾ ਫਿਰ ਵੱਢਣਾ। ਫਿਰ ਵੱਢਣਾ, ਤੇ ਇਹ ਤੋਂ ਥੱਲੇ ਨਹੀਂ ਵੱਢਣਾ। ਇਸ ਤੋਂ ਥੱਲੇ ਨਹੀਂ, ਉਹ ਜਾਨਵਰਾਂ ਵਾਸਤੇ ਫਿਰ ਨੁਕਸਾਨ ਉਹ ਹੈ। ਨੁਕਸਾਨ ਹੈ। ਤੇ ਕੀ ਨੁਕਸਾਨ ਹੋ ਸਕਦਾ ਅਗਰ ਉਹ ਪਾਈਏ ਤੇ? ਉਹਦੇ ਨਾਲ ਇਹ ਹੈ ਕਿ ਫਰਾ ਹੁੰਦਾ ਹੈ, ਹਾਂ, ਜ਼ਹਿਰ ਲੱਗਦਾ ਹੈ, ਡੰਗਰ ਗੁੰਮ ਹੋ ਜਾਂਦਾ ਹੈ। ਅੱਛਾ, ਤੇ ਪੱਠੇ ਛੱਡ ਛੱਡੇਗਾ, ਗੱਲੀ ਛੱਡ ਛੱਡੇਗਾ, ਆਫਰ ਜਾਏਗਾ, ਗੈਸ ਸਹੀ ਹੋ ਬਣੇਗੀ। ਗਿਆ। ਜਿਸ ਤਰ੍ਹਾਂ ਸਟਾਲੇ ਨਾਲ ਬਣਦੀ ਹੈ ਨਾ, ਜੀ ਜੀ, ਇਸ ਤਰ੍ਹਾਂ ਬਣੇਗੀ। ਤੇ ਜੇ ਨਹੀਂ ਗੈਸ ਬਣੇਗੀ ਤਾਂ ਵੀ ਕਲੇਜੇ ਨੂੰ ਲੱਗ ਜਾਏਗੀ। ਠੀਕ ਹੈ। ਹਾਂ ਯਾਰ, ਇੱਕ ਵਾਰੀ ਯਾਰ ਮੂੰਹ ਪਾਉਂਦੇ ਨਾ, ਹਾਂ, ਤੇ ਇਹਦਾ ਪਾਣੀ ਸਾਰਾ ਇਕੱਠਾ ਹੋ ਕੇ ਪੈਂਦਾ, ਸ਼ਰਾ ਯਾਰ ਹੁੰਦਾ, ਕਲੇਜਾ ਭਿੱਜਦਾ ਯਾਰ, ਸਹੀ ਹੋ ਗਿਆ। ਜਮਾ ਕਰ ਜਾਂਦੇ। ਯਾਨੀ ਅਸੀਂ ਤੁਹਾਡੀ ਗੱਲ ਤੋਂ ਇਹ ਹਸ ਕੀਤਾ ਕਿ ਚਰੀ ਜਿਹੜੀ ਜਵਾਰ ਹੈ ਇਹ ਹਰ ਲਿਹਾਜ਼ ਨਾਲ ਇਹਦਾ ਫਾਇਦਾ ਹੈ, ਫਾਇਦਾ ਲੇਕਿਨ ਅਗਰ ਇਹਨੂੰ ਪਾਣੀ ਨਹੀਂ ਲੱਗਾ ਤਾਂ ਫਿਰ ਇਹ ਜ਼ਹਿਰ ਹੈ। ਫਿਰ ਯਾਰ ਜਦੋਂ ਇਹਨੂੰ ਇੱਕ ਵਾਰੀ ਵੱਢ ਲਿਆ ਔਰ 1-2 ਫੁੱਟ ਤੋਂ ਥੱਲੇ ਬੂਟਾ ਵੱਢਿਆ, ਹਾਂਜੀ, ਦੁਬਾਰਾ ਪਾਇਆ, ਉਹ ਵੀ ਜ਼ਹਿਰ ਉਹ ਹੈ। ਵੀ ਯਾਰ, ਉਹ ਜ਼ਹਿਰ ਬਾਦ ਕਰਦਾ, ਅਫਾਰਾ ਕਰਦਾ। ਹਾਂਜੀ, ਠੀਕ ਹੈ। ਹਾਂਜੀ। ਤੇ ਅਫਾਰਾ ਜਿਹੜਾ ਵੇ ਉਹਦਾ ਤੁਸੀਂ ਸੂਈ ਦੇ ਨਾਲ ਇਲਾਜ ਕਰਦੇ ਹੋ, ਕੀ ਕਰਦੇ ਹੋ? ਇਹਦਾ ਨਹੀਂ ਸੂਈ ਸਾਈ ਕੋਈ ਵੀ ਲਾਣੀ ਪੈਂਦੀ, ਇਹਦਾ ਫਿਰ ਤੇਲ ਦੇਣਾ ਪੈਂਦਾ, ਲੱਸੀ ਦੇਣੀ ਪੈਂਦੀ, ਨਹਾਲਣਾ ਪੈਂਦਾ ਅੱਛਾ, ਜੇ ਲੱਗ ਜਾਏ ਡੰਗਰ ਨੂੰ। ਠੀਕ ਹੈ। ਤੇ ਕਈ ਵੱਜ ਜਾਂਦੇ, ਕਈ ਵਿਆਰੇ ਤਕਬੀਰ ਵੀ ਫਿਰ ਜਾਂਦੀ। ਫਿਰ ਤੇ ਉਹ ਜਿਹੜਾ ਸਟਾਲੇ ਨਾਲ ਅਫਾਰਾ ਹੋ ਜਾਂਦਾ ਉਹਦੇ ਦੀ ਸੂਆ ਲਾ ਲੈਨੇ, ਉਹਦੇ ਤੇ ਸੂਆ ਲੱਗਦਾ, ਉਹ ਵੱਜ ਜਾਂਦਾ ਜਾਨਵਰ। ਹਾਂ, ਜਾਨਵਰ ਵੱਜਦਾ। ਠੀਕ ਹੈ। ਔਰ ਤੁਸੀਂ ਇਹਦੇ ਬਾਰੇ 'ਚ ਕੋਈ ਅਹਿਮ ਗੱਲ ਸਾਨੂੰ ਦੱਸਣਾ ਚਾਹੋ, ਜਵਾਰ ਦੇ ਬਾਰੇ 'ਚ ਜਾਂ ਇਹਦੀ ਕਟਾਈ ਜਾਂ ਇਹਦੇ ਦੁਬਾਰਾ ਉਗਾਉਣ ਦੇ ਬਾਰੇ 'ਚ ਕੋਈ ਅਹਿਮ ਗੱਲ ਦੱਸਣਾ ਚਾਹੋ? ਨਹੀਂ, ਇੱਕ ਜੇ ਸਦਾਬਹਾਰ ਹੈ, ਮੁੜ ਉਗਣੀ। ਅੱਛਾ, 2 ਵਾਰਾਂ 2 ਲੋਹ ਦੇਣੇ ਨੇ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਚਾਚੂ ਜੀ। ਅੱਛਾ, ਮਹੀਨਾ ਦੱਸ ਸਕਦੇ ਹੋ ਕਿ ਕਿਹੜੇ ਮਹੀਨੇ ਵਿੱਚ ਸਟਾਲਾ ਬੀਜਿਆ ਜਾਏ ਜਿਹੜਾ ਤਾਂ ਕਿ ਜ਼ਿਆਦਾ ਮਿਕਦਾਰ ਲਈ ਜਾਏ? ਅਕਤੂਬਰ ਵਿੱਚ ਤਕਰੀਬਨ। ਅਕਤੂਬਰ ਵਿੱਚ, ਯਾਨੀ ਇਹ 10ਵਾਂ ਮਹੀਨਾ ਬਣਦਾ ਅੰਗਰੇਜ਼ੀ ਮਹੀਨਾ ਦਾ। ਬਿਲਕੁਲ। ਠੀਕ ਹੋ ਗਿਆ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਜਿੱਥੇ ਤੁਸੀਂ ਮੱਝਾਂ ਚਰਾਣੀਆਂ ਨੇ ਉਹ ਵੀ ਜਗ੍ਹਾ ਤੁਹਾਡੀ ਆਪਣੀ ਹੈ? ਆਪਣੀ। 10 ਮੱਝਾਂ ਵਾਸਤੇ ਕਿੰਨੀ ਜਗ੍ਹਾ ਜ਼ਰੂਰੀ ਹੈ ਤਕਰੀਬਨ ਪੱਠਿਆਂ ਵਾਸਤੇ? 3-4 ਕਿੱਲੇ ਜਗ੍ਹਾ ਹੋਣੀ ਚਾਹੀਦੀ। 3-4 ਕਿੱਲੇ? ਠੇਕੇ ਦੇ ਹੋਈ ਜਾਂ ਆਪਣੀ ਹੋਏ। ਅੱਛਾ, ਆਪਣੀ ਜਗ੍ਹਾ ਹੈ ਤੇ 3-4 ਕਿੱਲੇ ਬਿਲਕੁਲ ਵਾਰਾ ਖਾਈ ਜਾਂਦੀ ਹੈ? ਹਾਂ, ਇਨਸ਼ਾਅੱਲਾ। ਯਾਨੀ ਉਹ ਪੱਠੇ ਪੂਰੇ ਹੋ ਜਾਂਦੇ? ਬਿਲਕੁਲ। ਕਮੀ ਬੇਸ਼ੀ ਹੋ ਜਾਏ ਤੇ ਫਿਰ ਉਹ ਚੱਲ ਜਾਂਦਾ ਵਿੱਚ ਕੰਮ। ਇਹਨਾਂ ਵਾਸਤੇ ਤੁਸੀਂ 2 ਤਰ੍ਹਾਂ ਦੇ ਪੱਠੇ ਬਸ ਬੀਜਦੇ ਹੋ, ਇੱਕ ਜਵਾਰ ਜਾਂ ਫਿਰ ਸਟਾਲਾ? ਬਿਲਕੁਲ। ਹੋਰ ਤਾਂ ਨਹੀਂ ਕੋਈ? ਇੱਕ ਮਕਈ ਹੁੰਦੀ ਹੈ ਜਾਂ ਫਿਰ ਬਾਜਰੀ ਹੁੰਦੀ ਹੈ, ਉਹ ਵੀ ਬੀਜਦੇ ਹੋ? ਠੀਕ ਹੈ। ਉਹ ਕਿੰਨੀ ਮਿਕਦਾਰ 'ਚ ਬੀਜਦੇ ਹੋ? ਉਹ ਹਾਂ ਤੇ ਖੁੱਲੀ ਬੀਜ ਛੱਡਨੇ ਆ।
ਖੁੱਲੀ ਕਿੰਨੀ ਕੁ? ਮਤਲਬ ਬਿਲਕੁਲ। 4 ਕਿੱਲੇ ਤੋਂ ਜ਼ਮੀਨ ਦੱਸੀ ਹੈ ਤੇ ਇੰਨੇ ਜਾਨਵਰਾਂ ਵਾਸਤੇ 4 ਕਿੱਲੇ ਜ਼ਮੀਨ ਬਹੁਤ ਬੜੀ। ਇਹ 100 ਵਾਸਤੇ, ਨਾ 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 100 ਵਾਸਤੇ 10 ਵਾਸਤੇ? ਆ 10-15 ਜਾਨਵਰ ਹੋਣ ਤੇ ਤੁਸੀਂ ਕਿੰਨੀ ਵੇਚਦੇ ਹੋ? ਆਹਾਂ ਦੇ ਕੋਈ 100 200 ਕਿੱਲਾ ਵੇਚ ਛੱਡਦੇ। ਅੱਛਾ ਜੀ, ਪਹਿਲੀ ਸਾਡੇ ਕੋਲ ਠੇਕੇ ਦੇ ਜ਼ਮੀਨਾਂ ਨੇ। ਠੀਕ ਹੈ। ਹਾਂ ਖੁੱਲੀ ਵੇਚ ਛੱਡਨੇ ਆ, ਖੁੱਲਾ ਮਾਲ ਚੱਲਦਾ ਹੈ। ਅੱਛਾ, ਉਹ ਪੈਲੀਆਂ ਵਿੱਚ ਵੀ ਚਰਦਾ ਜਾ ਕੇ? ਬਿਲਕੁਲ ਬਿਲਕੁਲ। ਠੀਕ ਹੋ ਗਿਆ। ਤੇ ਉਂਝ ਤੁਹਾਡੇ ਕੋਲ ਆਪਣੀ ਜ਼ਮੀਨ ਕਿੰਨੀ, ਉਹ ਠੇਕੇ ਤੇ ਕਿੰਨੀ ਲੈਂਦੇ ਹੋ? ਆਪਣੀ ਸਾਡੇ ਕੋਲ ਤਕਰੀਬਨ ਕੋਈ 35-40 ਕਿੱਲੇ ਜ਼ਮੀਨ ਆਪਣੀ ਹੈ ਅੱਛਾ, ਤੇ ਕੋਈ 200-250 ਕਿੱਲਾ ਪਹਿਲੀ ਜ਼ਮੀਨ ਜਿਹੜੀ ਹੈ ਠੇਕੇ ਦੇ ਲਈ ਦੀ ਹੈ, ਜਿਹਦੇ ਕੰਕਸ਼ਨ ਵੀ ਬੀਜਨੇ ਆ ਹੂੰ ਤੇ ਬਰਸੇਮ ਵੀ ਬੀਜਨੇ ਆ। ਤੇ ਜਿਹੜੇ ਮੌਸਮ ਆਏ ਨਾ ਹੁਣ ਕੋਈ ਚਰੀ ਜਵਾਰ ਬਾਜਰਾ ਹੂੰ। ਬਰਸਾਤ ਵਾਸਤੇ ਉਹਦੇ ਬੀਜ ਛੱਡਣਾ। ਉਹ ਜਿਹੜੀ ਜ਼ਮੀਨ ਹੈ ਤੁਹਾਡੀ, ਉਹ ਦਰਿਆ ਦੇ ਵਿੱਚ ਹੈ ਜਾਂ ਦਰਿਆ ਤੋਂ ਬਾਹਰ ਹੈ? ਦਰਿਆ ਤੂੰ ਕੋਈ ਇਸ ਸਾਈਡ ਤੇ ਕੋਈ ਇਸ ਸਾਈਡ ਤੇ ਦਾएं ਬਾएं। ਦਾएं ਬਾएं ਵੇ? ਜੀ ਜੀ। ਤੇ ਉਹ ਪਾਣੀ ਦਾ ਮਸਲਾ ਤਾਂ ਨਹੀਂ ਨਹੀਂ ਆਉਂਦਾ? ਪਾਣੀ ਆ ਜਾਂਦਾ, ਕਦੇ ਕਦੇ ਪਾਣੀ ਆ ਜਾਂਦਾ, ਕਦੇ ਇੱਧਰ ਚੜ ਜਾਂਦਾ, ਕਦੇ ਅੱਛਾ, ਹੁਣ ਬੜੀ ਇੱਕ ਅਹਿਮ ਗੱਲ ਦੱਸਣੀ ਜੇ ਕਿ ਤੁਸੀਂ ਦੱਸਿਆ ਕਿ 100 ਡੰਗਰ ਹੈ ਤੁਹਾਡੇ ਕੋਲ, ਔਰ ਤੁਸੀਂ ਕਮ ਸੇ ਕਮ ਕੋਈ 100 ਕਿੱਲੇ ਜ਼ਮੀਨ ਜਿਹੜੀ ਹੈ ਨਾ, ਉਹ ਇਹਨਾਂ ਨੂੰ ਚਲਾਉਣ ਵਾਸਤੇ ਵੀ, ਜੀ, ਪੱਠਿਆਂ ਵਾਸਤੇ ਵੀ ਬਿਲਕੁਲ ਬੀਜ ਛੱਡ ਦਿਓ। ਕਰਨੇ ਉਹਦੇ ਤੇ ਤੁਹਾਡਾ ਕਿੰਨਾ ਖਰਚਾ ਆ ਜਾਂਦਾ? ਉਹਦੇ ਤੇ ਕੋਈ ਖਰਚ ਨਹੀਂ ਸਾਡਾ ਐਡਾ ਜ਼ਿਆਦਾ ਹੈ। ਬੀਜ ਦਾ ਜਾਂ ਪਾਣੀ ਬੀਜ ਦਾ? ਕੋਈ ਜ਼ਿਆਦਾ ਖਰਚ ਨਹੀਂ ਹੈ। ਉਹਦੇ ਹੈ ਹਾਂ, ਕਿ ਉਹ ਦਰਿਆਈ ਜ਼ਮੀਨਾਂ ਨੇ, ਅੱਛਾ। ਉਹ ਇੱਕ ਵਾਰੀ ਹਾਲ ਚਲਾਉਂਦੇ ਆ ਉੱਤੇ ਤੇ ਮੋਟਾ ਮੋਟਾ ਬੀਜ ਛੱਡਨੇ ਵਿੱਚ, ਮਤਲਬ ਘਾਹ ਛਾਹ ਆਪੇ ਉੱਗ ਜਾਂਦਾ, ਘਾਹ ਛਾਹ ਸਹੀ ਹੈ, ਤੇ ਉਹ ਫਿਰ ਚੱਲਦਾ ਰਹਿੰਦਾ ਉਹ ਸਾਰਾ ਇਹਨਾਂ ਦੇ ਕੰਮ ਆ ਜਾਂਦਾ।